संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਹ ਛਿਜੰਦੜੀ ਊਣ ਮਝੂਣਾ, ਗੁਰ ਸੱਜਣ ਜੀਉ ਧਰਾਇਆ। ਮਾਨਵ ਜਾਤੀ ਦਾ ਮਨ ਵਸ ਜਾਨੀ ਕਾਬੂ ਵਿੱਚ ਨਹੀਂ ਆ ਰਿਹਾ। ਇਸ ਦੇ ਵਿੱਚ ਭਟਕਣ ਰੂਪੀ ਤ੍ਰਿਸ਼ਨਾ ਵਸ ਰਹੀ ਹੈ। ਇਹ ਇੱਛਾਵਾਂ ਤੇ ਕਾਮਨਾਵਾਂ ਦੇ ਕਾਰਨ ਟਿਕ ਕੇ ਨਹੀਂ ਰਹਿ ਸਕਦਾ, ਭਟਕਦਾ ਰਹਿੰਦਾ ਹੈ। ਬੜਾ ਹੀ ਤੀਬਰ ਜਜ਼ਬਾ ਜਾਂ ਵਿਕਾਰ, ਕ੍ਰੋਧ ਵੀ ਇਸ ਵਿੱਚ ਵਸਦਾ ਹੈ, ਜਿਸ ਨੇ ਹਰ ਪ੍ਰਕਾਰ ਦੀ ਸ਼ੁੱਧ ਜਾਂ ਅਕਲ ਨੂੰ ਨਾਸ ਕਰਕੇ ਇਹ ਅਮੋਲਕ ਰਤਨ ਰੂਪ ਗਿਆਨ ਨੂੰ ਸਭ ਪਾਸੋਂ ਖੋਹ ਲਿਆ ਹੈ। ਭਾਵ ਕ੍ਰੋਧ ਵਿੱਚ ਆਇਆ ਮਾਨਵ ਸਭ ਅਕਲ ਸ਼ੁੱਧ ਨੂੰ ਛਿੱਕੇ ਟੰਗ ਕੇ ਮਹਾਂ ਘੋਰ ਪਾਪ ਕਰ ਦਿੰਦਾ ਹੈ। ਜੋਗੀ ਲੋਕ ਬੜੇ ਯਤਨ ਕਰਕੇ, ਗੁਣਵਾਨ ਲੋਕ ਗੁਣਾਂ ਦਾ ਵਰਣਨ ਕਰਕੇ ਹਾਰ ਗਏ ਹਨ, ਪਰ ਇਹ ਚੰਚਲ ਮਨ ਕਾਬੂ ਵਿੱਚ ਨਹੀਂ ਆਉਂਦਾ। ਪਰ ਜਦੋਂ ਪਰਮ ਪੁਰਖ ਪਰਮਾਤਮਾ ਦਿਆਲ ਹੁੰਦਾ ਹੈ ਤਾਂ ਮਨ ਨੂੰ ਵਸ ਵਿੱਚ ਕਰਨ ਦੀਆਂ ਸਭ ਜੁਗਤਾਂ ਵਿਧੀਆਂ ਆ ਜਾਂਦੀਆਂ ਹਨ। ਪਰਮਾਤਮਾ ਦੀ ਸ਼ਰਨ ਵਿੱਚ ਹੀ ਸ਼ਾਂਤੀ ਹੈ, ਟਿਕਾਓ ਹੈ। ਵੇਦ ਪੁਰਾਣ ਆਦਿ ਪੜ੍ਹਨ ਸੁਣਨ ਦਾ ਇਹੀ ਲਾਭ ਹੈ ਕਿ ਪ੍ਰਾਣੀ ਪਰਮਾਤਮਾ ਦੀ ਭਗਤੀ ਕਰੇ, ਨਾਮ ਸਿਮਰੇ। ਸਵਰਗ ਨਰਕ ਅੰਮ੍ਰਿਤ ਬਿਖ, ਸੋਨਾ ਤੇ ਪੈਸਾ, ਮਾਇਆ ਉਸਤਤ ਨਿੰਦਾ ਜਿਸ ਪ੍ਰਾਣੀ ਲਈ ਬਰਾਬਰ ਹਨ ਤੇ ਜਿਸ ਨੂੰ ਲੋਭ ਮੋਹ ਦੁੱਖ ਸੁੱਖ ਕਾਮ ਕ੍ਰੋਧ ਬੰਨ੍ਹ ਨਹੀਂ ਸਕਦੇ, ਭਾਵ ਜਿਸ 'ਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹ ਮਹਾਂਪੁਰਖ ਬ੍ਰਹਮ ਗਿਆਨੀ ਹੈ। ਉਸ ਨੂੰ ਮੁਕਤ ਸਮਝੋ। ਇਹ ਮੁਕਤੀ ਇਕੱਲਵੇਂ ਜਪ ਤਪ ਕੀਤਿਆਂ ਨਹੀਂ ਮਿਲਦੀ, ਕਿਸੇ ਪੂਰਨ ਮਹਾਂਪੁਰਖ ਦੀ ਸ਼ਰਨ ਵਿੱਚ ਆਇਆ ਮਿਲਦੀ ਹੈ। ਕਿਉਂਕਿ ਅਣਜਾਣੇ ਪਾਂਧੀ ਨੂੰ ਬਿਨਾਂ ਦੱਸੇ ਅਸਲੀ ਮੰਜ਼ਿਲ ਦਾ ਮਾਰਗ ਨਹੀਂ ਮਿਲਦਾ। ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਟਿੱਲੇ ਉੱਪਰ ਬੈਠੇ ਸਭ ਤਰ੍ਹਾਂ ਦੇ ਪ੍ਰਾਣੀਆਂ ਦੀਆਂ ਦੁਨਿਆਵੀ ਅਤੇ ਪਰਮਾਰਥ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ। ਕੋਈ ਨਿਰਾਸ਼ ਨਹੀਂ ਮੁੜਦਾ, ਨਹੀਂ ਖਾਲੀ ਗਿਆ ਕੋਈ ਛੂਹਾ ਜੋ ਤੇਰੇ ਦਾਮਨ ਸੇ। ਇੱਕ ਸੰਤ ਮੰਡਲੀ ਬਾਬਾ ਜੀ ਕੋਲ ਆ ਕੇ ਠਹਿਰੀ ਸੀ। ਉਹਨਾਂ ਵਿੱਚ ਇੱਕ ਸੰਤ ਧੰਨਾ ਸਿੰਘ ਨਾਮ ਦੇ ਸਾਧੂ ਸਨ, ਜੋ ਰੋਲਾ ਹੇੜੀ ਪਿੰਡ ਨੇੜੇ ਅਹਿਮਦਗੜ੍ਹ ਮੰਡੀ ਦੇ ਸਨ। ਵਿਦਿਆ ਪੜ੍ਹ ਕੇ ਵੀ ਮੰਡਲੀ ਦੇ ਨਾਲ ਵਿਚਰਦੇ ਸਨ। ਵਿਦਵਾਨ ਬਣ ਕੇ ਵੀ ਸਿਮਰਨ ਅਭਿਆਸ ਨਹੀਂ ਛੱਡਿਆ, ਸਿਮਰਨ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ ਤਾਂ ਸੰਤ ਧੰਨਾ ਸਿੰਘ ਜੀ ਟਿੱਲੇ ਦੇ ਪਿੱਛੇ ਵਾਲੇ ਤਲਾਬ ਜਾਨੀ ਛੱਪੜ ਵਿੱਚ ਇਸ਼ਨਾਨ ਕਰਨ ਗਏ। ਹਜੂਰ ਟਿੱਲੇ ਉੱਪਰ ਟਹਿਲ ਰਹੇ ਸਨ। ਜਦੋਂ ਉਹਨਾਂ ਪਾਣੀ ਨੂੰ ਹਿਲਾਇਆ ਤਾਂ ਬਾਬਾ ਜੀ ਨੂੰ ਆਵਾਜ਼ ਸੁਣੀ ਤਾਂ ਹਜੂਰ ਨੇ ਸੰਸਕ੍ਰਿਤ ਦਾ ਸ਼ਲੋਕ ਉਚਾਰਿਆ, ਜਿਸ ਦਾ ਅਰਥ ਸੀ, ਜਿਸ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਪੂਰੇ ਸਤਿਗੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ।
ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ। ਉੱਤਰ ਵਿੱਚ ਸੰਤ ਧੰਨਾ ਸਿੰਘ ਜੀ ਨੇ ਵੀ ਸੰਸਕ੍ਰਿਤ ਵਿੱਚ ਸ਼ਲੋਕ ਪੜ੍ਹਿਆ, ਜਿਸ ਦਾ ਭਾਵ ਸੀ ਕੋਈ ਕਲਯੁਗ ਵਿੱਚ ਐਸਾ ਸਮਰੱਥ ਹੈ ਜੋ ਉਸ ਨੂੰ ਮਿਲਾ ਸਕਦਾ ਹੋਵੇ, ਜਿਸ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਬਾਬਾ ਜੀ ਨੇ ਫਿਰ ਬਚਨ ਕੀਤਾ, ਕੋਈ ਮਹਾਂ ਜਿਗਿਆਸੂ ਜਨ ਹੋਵੇ ਜੋ ਹਰ ਬਚਨ ਸਤ ਕਰਕੇ ਮੰਨੇ ਤਾਂ ਮਿਲ ਸਕਦਾ ਹੈ। ਫਿਰ ਮੁਸਕਰਾ ਕੇ ਬਚਨ ਕੀਤਾ, ਬੇਸ਼ੱਕ ਸ਼ਰਤ ਲਾ ਲਓ। ਬਸ ਇਤਨਾ ਇਸ਼ਾਰਾ ਮਿਲਣ ਦੀ ਦੇਰ ਸੀ। ਝੱਟ ਸੰਤ ਧੰਨਾ ਸਿੰਘ ਹਜ਼ੂਰ ਦੇ ਚਰਨਾਂ ਨਾਲ ਆ ਜੁੜੇ, ਕਿਉਂਕਿ ਉਹਨਾਂ ਨੂੰ ਤਾਂ ਇਹੀ ਮੰਜ਼ਿਲ ਦੀ ਭਾਲ ਸੀ। ਬਾਣੀ ਵਿੱਚ ਫਰਮਾਨ ਹੈ, ਤਾਂ ਤੇ ਬਿਲਮ ਪਲ ਢਿੱਲ ਨਾ ਕੀਜੇ, ਜਾਏ ਸਾਧੂ ਚਰਨ ਲਗੀਜੈ। ਮਹਾਂਪੁਰਖ ਤਾਂ ਬਹੁਤ ਹਨ, ਪੂਜਨੀਕ ਵੀ ਹਨ, ਪਰ ਬਾਬਾ ਸੰਤ ਮਹਾਂ ਹਰਨਾਮ ਸਿੰਘ ਜੀ ਵਰਗੇ ਵਿਰਲੇ ਹੀ ਹਨ ਜੋ ਸਾਧੂਆਂ ਨੂੰ ਵੀ ਤਾਕਤਾਂ ਬਖਸ਼ਦੇ ਹਨ। ਮਹਾਂਪੁਰਖ ਸੇਵਕ ਲਈ ਉਹੀ ਹੈ ਜੋ ਗੁਰੂ ਨਾਨਕ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਮਿਲਾਪ ਕਰਾਵੇ, ਬੰਦਗੀ ਦਾ ਰਸਤਾ ਦੱਸੇ। ਉਸ ਦੇ ਦਰਸ਼ਨ ਕੀਤਿਆਂ ਮਨ ਸ਼ਾਂਤ ਹੋਵੇ, ਪਰਮਾਤਮਾ ਦੀ ਝਲਕ ਨਜ਼ਰ ਆਵੇ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਹੁਣ ਸੰਤ ਧੰਨਾ ਸਿੰਘ ਜੀ ਟਿੱਲੇ ਉੱਪਰ ਆ ਗਏ, ਚਰਨਾਂ ਤੇ ਮੱਥਾ ਟੇਕਿਆ ਤੇ ਹੁਕਮ ਦੀ ਉਡੀਕ ਵਿੱਚ ਖੜੋ ਗਏ। ਹਜ਼ੂਰ ਬਾਬਾ ਜੀ ਨੇ ਹੁਕਮ ਕੀਤਾ, ਤੁਹਾਨੂੰ ਹੁਕਮ ਅੰਦਰ ਰਹਿਣਾ ਪਵੇਗਾ। ਹੁਕਮ ਅਤੇ ਵਿਧੀ ਅਨੁਸਾਰ ਨਿਤਨੇਮ ਕਰਨਾ ਪਵੇਗਾ। ਇੱਕ ਦਿਨ ਨਗਰ ਵਿੱਚੋਂ ਪ੍ਰਸ਼ਾਦਾ ਮੰਗ ਕੇ 7 ਦਿਨ ਉਸ ਨਾਲ ਹੀ ਨਿਰਵਾਹ ਕਰਨਾ ਹੋਵੇਗਾ। ਦਿਨ ਰਾਤ ਸਿਮਰਨ ਵਿੱਚ ਬਤੀਤ ਕਰਨਾ ਹੋਵੇਗਾ। ਸੰਤ ਧੰਨਾ ਸਿੰਘ ਜੀ ਨੇ 7 ਬਚਨ ਕਹਿ ਕੇ ਸਿਰ ਝੁਕਾ ਦਿੱਤਾ। ਮਹਾਂਪੁਰਖਾਂ ਦੀ ਕਿਰਪਾ ਦੁਆਰਾ ਅਤੁੱਟ ਸਿਮਰਨ ਚੱਲਦਾ ਰਿਹਾ। ਫਿਰ ਐਸੀ ਅਵਸਥਾ ਬਣ ਗਈ ਕਿ ਮਨ ਟਿਕ ਗਿਆ। ਫੁਰਮਾਨ ਹੈ, ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਹੁਣ ਜਦ ਇਮਤਿਹਾਨ ਵਿੱਚ ਪਾਸ ਹੋਏ ਤਾਂ ਬਾਬਾ ਜੀ ਨੇ ਹੁਕਮ ਦਿੱਤਾ, ਹੁਣ ਆਪਣਾ ਅਸਥਾਨ ਬਣਾਓ ਤੇ ਉੱਥੇ ਟਿਕੋ, ਜਾਨੀ ਬਿਰਾਜੋ। ਉਹਨਾਂ ਬੇਨਤੀ ਕੀਤੀ, ਮਹਾਰਾਜ ਕਿੱਥੇ ਆਸਣ ਲਾਵਾਂ? ਹੁਕਮ ਹੋਇਆ, ਭਾਈ ਰੂਪੇ ਫੂਲ ਤਹਿਸੀਲ ਰਹੋ, ਜਰ ਕੇ ਰੱਖਣ ਵਾਲੀ ਵਸਤੂ ਹੈ, ਇਸ ਨੂੰ ਸੰਭਾਲੋ। ਜਰ ਕੇ ਜਾਨੀ ਬਰਦਾਸ਼ਤ ਕਰਕੇ ਰੱਖਣਾ, ਕਰਾਮਾਤ ਦਿਖਾਉਣ ਦਾ ਆਪ ਨੂੰ ਹੁਕਮ ਨਹੀਂ। ਇਹ ਸਾਰੀ ਸਿੱਖਿਆ ਤੇ ਬਖਸ਼ਿਸ਼ ਲੈ ਕੇ ਸੰਤ ਧੰਨਾ ਸਿੰਘ ਜੀ ਹੁਕਮ ਅਨੁਸਾਰ ਭਾਈ ਰੂਪੇ ਚਲੇ ਗਏ। ਬਾਕੀ ਦੀ ਜ਼ਿੰਦਗੀ ਦਾ ਸਾਰਾ ਸਮਾਂ ਭਾਈ ਰੂਪੇ ਦੇ ਅਸਥਾਨ ਤੇ ਹੀ ਬਤੀਤ ਕੀਤਾ। ਬਾਬਾ ਜੀ ਦਾ ਸਬੰਧ ਇਹਨਾਂ ਨਾਲ ਫਿਰ ਵੀ ਰਿਹਾ, ਜਿਸ ਬਾਰੇ ਸਾਖੀਆਂ ਅੱਗੇ ਅੰਕਿਤ ਕੀਤੀਆਂ ਜਾਣਗੀਆਂ। ਇਹ ਪ੍ਰਸੰਗ ਸਰਦਾਰ ਬਲਵੀਰ ਸਿੰਘ ਜੀ ਨੇ ਬਾਬਾ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਪਾਸੋਂ ਸੁਣ ਕੇ ਲਿਖਾਇਆ ਹੈ। ਆਪੇ ਚਾੜ ਸਾਲ ਆਪ ਹੈ ਪਾਂਧਾ, ਆਪੇ ਚਾਟੜੇ ਪੜਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ।
ਇਕ ਥੈਂ ਪੜ ਬੂਝੇ ਸਭ ਆਪੇ, ਇਕ ਥੈਂ ਆਪੇ ਕਰੇ ਇਆਣੇ। ਇਕਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਭਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਹੇ ਪਰਮੇਸ਼ਰ, ਨਾਰਦ ਵਿਆਸ ਧਰੂ ਜੈਸੇ ਰਿਸ਼ੀ ਤੇਰੀ ਉਸਤਤ ਕਰਦੇ ਰਹੇ। ਤੂੰ ਨਿੱਕੇ ਤੋਂ ਨਿੱਕੇ, ਵੱਡੇ ਤੋਂ ਵੱਡੇ ਨੂੰ ਬੁੱਧੀ ਬਖਸ਼ੀ। ਧਰਤੀ ਆਕਾਸ਼ ਪਤਾਲ ਬਣਾ ਕੇ ਇੱਕ ਤੋਂ ਬਹੁਤ ਰੂਪ ਹੋ ਗਿਆ। ਹਰ ਜੀਵ ਨੇ ਤੈਨੂੰ ਧੰਨ ਧੰਨ ਕਿਹਾ ਔਰ ਚੁੱਪ ਹੋ ਗਏ। ਹੇ ਵਾਹਿਗੁਰੂ, ਤੂੰ ਆਪ ਹੀ ਪੜ੍ਹਨ ਵਾਲਾ ਹੈ, ਆਪੇ ਹੀ ਉਸਤਾਦ ਹੈ, ਆਪ ਪਿਤਾ ਤੇ ਮਾਤਾ ਹੈ, ਆਪ ਹੀ ਬਾਲਕ ਸਿਆਣੇ ਕੀਤੇ। ਇੱਕ ਵਿਦਿਆ ਪੜ੍ਹ ਪੜ੍ਹ ਕੇ ਸੋਝੀ ਪਾਉਂਦੇ ਹਨ। ਇਹਨਾਂ ਨੂੰ ਤੂੰ ਆਪ ਹੀ ਸਿਆਣਪ ਬਖਸ਼ਦਾ ਹੈ। ਰਾਜੇ ਔਰ ਗਰੀਬ ਤੈਨੂੰ ਇੱਕ ਸਮਾਨ ਹਨ। ਤੂੰ ਦਵੈਤ ਰਹਿਤ ਹੈ। ਹੇ ਗੁਣਾਂ ਦੇ ਖਜ਼ਾਨੇ ਅਤੇ ਸਮੁੰਦਰ, ਤੇਰੀ ਆਗਿਆ ਬਿਨਾਂ ਕੋਈ ਤੇਰੀ ਭਗਤੀ ਨਹੀਂ ਕਰ ਸਕਦਾ। ਕਿਤੇ ਤੂੰ ਮੁਰਲੀਆਂ ਤੇ ਬੀਨਾ ਵਜਾਉਂਦਾ ਹੈ, ਕਿਤੇ ਕ੍ਰਿਸ਼ਨ ਬਣ ਕੇ ਗਊਆਂ ਚਰਾਉਂਦਾ ਹੈ, ਕਿਤੇ ਸੰਤਾਂ ਤੇ ਸਾਧੂਆਂ ਦੇ ਪ੍ਰਾਣ ਹੈ, ਕਿਤੇ ਦੇਹ ਤੋਂ ਬਿਨਾਂ ਨਿਰਗੁਣ ਸਰੂਪ, ਕਿਤੇ ਸਰਗੁਣ ਸਰੂਪ ਹੈ, ਕਿਤੇ ਗੁਰੂ ਨਾਨਕ ਬਣ ਕੇ ਵਿਚਰਦਾ ਹੈ, ਕਿਤੇ ਮਹਾਂਪੁਰਖ ਅਵਤਾਰ ਧਾਰੀ ਹੈ। ਤੂੰ ਤੇ ਤੇਰੀ ਕੁਦਰਤ ਕਮਾਲ ਹੈ। ਤੂੰ ਸਭ ਨੂੰ ਮੋਹ ਲੈਣ ਵਾਲਾ ਹੈ। ਤੇਰੇ ਰੂਪ ਵਿੱਚ ਬੈਠ ਮਹਾਂਪੁਰਖ ਵੀ ਦੁਨੀਆਦਾਰਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸੰਸਾਰ ਅੰਦਰ ਆਪਣੀ ਸੁਗੰਧੀ ਬਖੇਰ ਜਾਂਦੇ ਹਨ। ਇਹਨਾਂ ਮਹਾਂਪੁਰਖਾਂ ਦੀ ਸੇਵਾ ਅੰਦਰ ਹੋਰ ਵੀ ਪ੍ਰਾਣੀ ਆਉਂਦੇ ਹਨ, ਜੋ ਘਾਲਣਾ ਘਾਲਦੇ ਹੋਏ ਆਪ ਦੀ ਬਗੀਚੀ ਦਾ ਇੱਕ ਫੁੱਲ ਬਣ ਜਾਂਦੇ ਹਨ। ਇਹ ਘਾਲਣਾ ਘੱਟ ਹੈ ਜਾਂ ਵੱਧ ਹੈ, ਇਹ ਤਾਂ ਆਪ ਨੂੰ ਹੀ ਪਤਾ ਹੈ। ਇਨਸਾਨ ਤਾਂ ਇੱਕ ਜ਼ਿੰਦਗੀ ਯਾਨੀ ਜਨਮ ਦੀ ਘਾਲਣਾ ਹੀ ਦੇਖ ਸਕਦਾ ਹੈ, ਪਰ ਸਮਰੱਥ ਮਹਾਂਪੁਰਖ ਤਾਂ ਭੂਤਕਾਲ ਯਾਨੀ ਪਿਛਲੇ ਯੁਗਾਂ ਦੀ ਤੇ ਜਨਮਾਂ ਦੀ ਕਮਾਈ ਵੀ ਜਾਣਦੇ ਹਨ। ਤਾਂ ਤੇ ਸੱਤੇ ਬਲਵੰਡੇ ਨੇ ਕਿਹਾ ਹੈ, ਨੇੜੇ ਦਿਸੇ ਮਾਤ ਲੋਕ, ਤੁਧ ਸੂਝੈ ਦੂਰ। ਮਨੁੱਖ ਨੂੰ ਅਗਲੇ 1 ਮਿੰਟ ਦਾ ਪਤਾ ਨਹੀਂ ਹੁੰਦਾ, ਪਰ ਸੰਤ ਮਹਾਤਮਾ ਦੂਰ ਦੇ ਸਮੇਂ ਦੀਆਂ ਭਵਿੱਖਤ ਦੀਆਂ ਵੀ ਜਾਣਦੇ ਹਨ। ਭੂਤਕਾਲ ਯਾਨੀ ਬੀਤ ਗਿਆ ਸਮਾਂ ਜਾਂ ਅਗਲੇ ਨੇੜਲੇ ਸਬੰਧਾਂ ਬਾਰੇ ਤਾਂ ਮਹਾਂਪੁਰਖ ਹੀ ਜਾਣਦੇ ਹਨ। ਇਸ ਤਰ੍ਹਾਂ ਦੇ ਬਾਬਾ ਜੀ ਮਹਾਰਾਜ ਮਹਾਂ ਹਰਨਾਮ ਸਿੰਘ ਜੀ ਦੇ ਨਾਲ ਕੋਈ ਪਿਛਲੇ ਜਨਮਾਂ ਦੇ ਸੰਬੰਧ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਸਨ, ਜਿਸ ਕਰਕੇ ਆਪ ਦਾ ਮਿਲਾਪ ਬਾਬਾ ਜੀ ਨਾਲ ਸੰਤ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲਿਆਂ ਰਾਹੀਂ ਹੋਇਆ। ਮਹਾਂਪੁਰਖ ਦੀ ਜੀਵਨ ਕਥਾ ਲਿਖਣੀ ਇਨਸਾਨੀ ਬੁੱਧੀ ਤੋਂ ਬਾਹਰ ਹੈ, ਕਿਉਂਕਿ ਸਾਧ ਕੀ ਮਹਿਮਾ ਬੇਦ ਨ ਜਾਣਹਿ, ਜੇਤਾ ਸੁਨਹਿ ਤੇਤਾ ਬਖਿਆਨਹਿ। ਬਾਬਾ ਜੀ ਆਨੰਦ ਸਿੰਘ ਜੀ ਦਾ ਜਿੰਨਾ ਕੁ ਸੰਬੰਧ ਬਾਬਾ ਮਹਾਂ ਹਰਨਾਮ ਸਿੰਘ ਜੀ ਨਾਲ ਰਿਹਾ ਹੈ, ਉਸ ਬਾਰੇ ਜੋ ਕੋਈ ਪ੍ਰਸੰਗ ਰਹਿ ਗਿਆ ਹੋਵੇ ਤਾਂ ਅਗਲੇ ਹਿੱਸੇ ਵਿੱਚ ਦਿੱਤਾ ਜਾਵੇਗਾ। ਬਾਬਾ ਆਨੰਦ ਸਿੰਘ ਜੀ ਦਾ ਪ੍ਰਗਟ ਸਮਾਂ ਸੰਮਤ ਬਿਕਰਮੀ 1927 ਅੰਮ੍ਰਿਤ ਵੇਲੇ ਦਾ ਹੈ।
ਪਿਤਾ ਜੀ ਬਾਬਾ ਜੈ ਸਿੰਘ ਜੀ ਅਤੇ ਮਾਤਾ ਸਦਾ ਕੌਰ ਜੀ ਦੇ ਘਰ ਚੰਨ ਚੜ੍ਹਿਆ ਸੀ। ਬਾਲ ਅਵਸਥਾ ਤੋਂ ਬਾਅਦ ਬਾਬਾ ਜੀ ਕੁਝ ਸਮਾਂ ਆਪਣੇ ਪਿਤਾ ਜੀ ਨਾਲ ਰਾਜਗੀਰੀ ਦਾ ਕੰਮ ਕਰਾਉਂਦੇ ਰਹੇ ਸਨ। ਇਹਨਾਂ ਦੇ ਕੰਮ ਬਾਰੇ 3 ਸਬੂਤ ਮਿਲੇ ਹਨ। ਕਿਰਪਾਲ ਸਿੰਘ ਦਲੀਪ ਸਿੰਘ ਦੇ ਪਿਤਾ ਬਾਬਾ ਕਪੂਰ ਸਿੰਘ ਔਲਖ ਨੇ ਦੱਸਿਆ ਕਿ ਹਜੂਰ ਕਲੇਰਾਂ ਵਾਲਿਆਂ ਨੇ ਸਾਡਾ ਦਰਵਾਜ਼ਾ ਬਣਾਇਆ ਸੀ। ਜਗਰਾਓਂ ਮੰਡੀ ਵਾਲੇ ਦਰਵਾਜ਼ੇ ਨੂੰ ਵੀ ਆਪ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਹੋਈ। ਇੱਥੋਂ ਕੰਮ ਕਰਦੇ ਕਰਦੇ ਹਜੂਰ ਸਾਹਿਬ ਜਾਣ ਸਮੇਂ ਰਸਤੇ ਰੁੜਕੀ ਛਾਉਣੀ ਗੁਰਦੁਆਰਾ ਸਾਹਿਬ ਸੇਵਾ ਕੀਤੀ। ਸਿਰਫ ਸੱਚਖੰਡ ਹਜੂਰ ਸਾਹਿਬ ਪਹੁੰਚਣ ਵਾਸਤੇ ਕਿਰਾਇਆ ਤਿਆਰ ਕਰਨ ਲਈ 15 ਰੁਪਏ ਮਹੀਨੇ ਦੇ ਹਿਸਾਬ 10 ਮਹੀਨੇ ਤੇ 13 ਦਿਨ ਰੁੜਕੀ ਸੇਵਾ ਕੀਤੀ। ਸੰਗਤ ਜਾਣ ਨਹੀਂ ਦੇ ਰਹੀ ਸੀ। 100 ਰੁਪਏ ਹੋਰ ਵੀ ਆਪ ਜੀ ਨੂੰ ਭੇਟ ਕੀਤੇ, ਪਰ ਆਪ ਹਜੂਰ ਸਾਹਿਬ ਨੂੰ ਚਲੇ ਗਏ। ਡਰੋਲੀ ਭਾਈ ਨਗਰ ਵਿੱਚ ਘੁਮੰਡ ਸਿੰਘ ਸਾਹੋਂ ਕੀ ਪੱਤੀ ਭਾਈ ਦੇ ਦਰਵਾਜ਼ੇ ਦੀ ਉਸਾਰੀ ਕੀਤੀ। ਇਸ ਤੋਂ ਬਾਅਦ ਹੁਕਮ ਅਨੁਸਾਰ ਕੰਮ ਤਿਆਗ ਦਿੱਤਾ। ਜਿਵੇਂ ਕਬੀਰ ਜੀ ਫਰਮਾਉਂਦੇ ਹਨ, ਤਰਨਾ ਬੁਰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਿਉਂਕਿ ਅਵਸਥਾ ਇਹ ਬਣ ਗਈ ਸੀ, ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਬਿਸਰੇ RAM ਸਨੇਹੀ। ਭਾਈ ਸਾਹਿਬ ਡਰੋਲੀ ਦੱਸਦੇ ਸਨ ਕਿ ਕਲੇਰਾਂ ਵਾਲੇ ਹਜੂਰ ਫਰਮਾਇਆ ਕਰਦੇ ਸਨ ਕਿ ਜਦੋਂ ਅਸੀਂ ਕੰਮ ਕਰਦੇ ਸੀ ਤਾਂ ਸਾਡੀਆਂ ਕੋਈ ਸ਼ਰਤਾਂ ਘਰ ਦੇ ਮਾਲਕ ਨੂੰ ਸਮਝਾਈਆਂ ਹੁੰਦੀਆਂ ਸਨ। ਜਿਵੇਂ ਕਿ ਨੰਬਰ 1, ਕੋਈ ਰਾਜ ਮਜ਼ਦੂਰ ਸਾਡੇ ਨਾਲ ਫਾਲਤੂ ਗੱਲ ਨਾ ਕਰੇ। ਜਦ ਕੋਈ ਚੀਜ਼ ਮੰਗੀਏ ਛੇਤੀ ਹਾਜ਼ਰ ਹੋਵੇ। ਨੰਬਰ 2, ਅਸੀਂ ਕੰਮ 'ਤੇ ਪਛੜ ਕੇ ਆਇਆ ਕਰਾਂਗੇ। ਜਦ ਆਉਣਾ ਕੰਮ ਓਨਾ ਹੀ ਕਰ ਦੇਣਾ। ਨੰਬਰ 3, ਕੰਮ ਦੀ ਮਜ਼ਦੂਰੀ ਘੱਟ ਲਵਾਂਗੇ। ਸੱਚਖੰਡ ਸ੍ਰੀ ਅਬਚਲ ਨਗਰ ਪਹੁੰਚ ਕੇ ਹਜੂਰ ਨੇ ਅੰਮ੍ਰਿਤਪਾਨ ਕਰਕੇ ਅੰਗੀਠੇ ਦੇ ਇਸ਼ਨਾਨ ਲਈ ਜਲ ਦੀ ਸੇਵਾ ਹੈੱਡ ਗ੍ਰੰਥੀ ਮਾਨ ਸਿੰਘ ਜੀ ਤੋਂ ਮਨਜ਼ੂਰ ਕਰਵਾ ਲਈ ਅਤੇ ਨਾਲ ਹੀ ਲੰਗਰ ਦੀ ਸੇਵਾ ਕਰਨੀ। 1 ਸਾਲ 1.5 ਪਹਿਰ ਰਹਿੰਦੀ ਰਾਤ ਨੂੰ ਅੰਗੀਠਾ ਸਾਹਿਬ ਦੇ ਇਸ਼ਨਾਨ ਕਰਾਉਣ ਲਈ ਗੋਦਾਵਰੀ ਨਦੀ ਵਿੱਚੋਂ ਜਲ ਲੈ ਕੇ ਆਉਣਾ। ਇਸ ਸੇਵਾ ਦੌਰਾਨ ਆਪ ਨੂੰ 2 ਵਾਰ ਸਤਿਗੁਰਾਂ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋਏ। ਇੱਕ ਵਾਰ ਬਾਬਾ ਜੀ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਕੀਰਤਨ ਸਰਵਣ ਕਰ ਰਹੇ ਸਨ। ਅਚਾਨਕ ਇੱਕ ਲੜਕਾ ਹਜੂਰ ਦੇ ਇੱਕ ਵਾਰ ਸੱਜੇ ਅਤੇ ਇੱਕ ਵਾਰ ਖੱਬੇ ਪਾਸੇ ਨਾਲ ਖਹਿ ਕੇ ਲੰਘਿਆ। ਕਈ ਵਾਰ ਅੱਗੇ ਪਿੱਛੇ ਹੋ ਕੇ ਸਮਾਧੀ ਸਥਿਤ ਹੋਏ, ਪਰ ਜਿੱਥੇ ਵੀ ਬੈਠਣ ਉਹ ਬਾਲਕ ਉੱਥੇ ਹੀ ਚਲਾ ਜਾਵੇ। ਮਨ ਵਿੱਚ ਖਿਆਲ ਆਇਆ ਕਿ ਹੁਣ ਆਇਆ ਤਾਂ ਘੂਰ ਦਿਆਂਗੇ, ਪਰ ਨੀਵੀਂ ਪਾਈ ਬੈਠੇ ਸਨ ਤਾਂ ਦੈਵੀ ਬਾਲਕ ਆ ਗਿਆ। ਆਪ ਨੇ ਥੋੜ੍ਹੀ ਨਿਗਾਹ ਉਤਾਂਹ ਕਰਕੇ ਤੱਕਿਆ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਰੂਪ ਨਜ਼ਰ ਆਇਆ। ਕੁਝ ਸੈਕਿੰਡਾਂ ਬਾਅਦ ਦਸ਼ਮੇਸ਼ ਪਿਤਾ, ਫਿਰ ਅਖੀਰ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੋ ਗਏ। ਆਪ ਜੀ ਨੇ ਚਰਨਾਂ 'ਤੇ ਨਮਸਕਾਰ ਕੀਤੀ। ਅੱਗੋਂ ਹੱਸ ਕੇ ਗੁਰਾਂ ਨੇ ਬਚਨ ਕੀਤਾ, ਅਸੀਂ ਕਿਸ ਨਾਲ ਖੇਡੀਏ, ਸਾਡਾ ਖੇਡਣ ਨੂੰ ਚਿੱਤ ਕਰਦਾ ਸੀ। ਦੂਸਰੀ ਵਾਰ ਫਿਰ 1.5 ਪਹਿਰ ਰਾਤ ਰਹਿੰਦੇ
ਆਪ ਜਲਦੀ ਗਾਗਰ ਸੀਸ ਤੇ ਟਿਕਾਈ ਵਾਪਸ ਆ ਰਹੇ ਸਨ ਤਾਂ ਦਸਮ ਪਿਤਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ। ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਪਹਿਲਾਂ ਆਪ ਜੀ ਨੇ ਸਮਝਿਆ ਕਿ ਦਿਨ ਚੜ੍ਹ ਗਿਆ, ਪਰ ਇਹ ਨਹੀਂ ਹੋਇਆ ਸੀ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਰੂਪ ਦਸ਼ਮੇਸ਼ ਪਿਤਾ ਦੇ ਸਰੂਪ ਵਿੱਚ ਸਾਹਮਣੇ ਹੋ ਗਿਆ। ਨਿਰਗੁਣ ਤੇ ਸਰਗੁਣ ਥੀਆ। ਉਸ ਸਤਿਗੁਰਾਂ ਦਾ ਸਰੂਪ ਇੰਨਾ ਪ੍ਰਭਾਵਸ਼ਾਲੀ ਸੀ ਕਿ ਝੱਲਿਆ ਨਹੀਂ ਜਾ ਰਿਹਾ ਸੀ। ਬਾਬਾ ਜੀ ਆਨੰਦ ਵਿੱਚ ਹੋ ਗਏ। ਨਮਸਕਾਰ ਕਰਨ ਸਮੇਂ ਸੀਸ ਉੱਪਰ ਰੱਖੀ ਗਾਗਰ ਦਾ ਖਿਆਲ ਵੀ ਭੁੱਲ ਗਏ, ਕਿਉਂਕਿ ਸੁੱਧ ਬੁੱਧ ਵਿਸਰ ਗਈ। ਇਤਨੇ ਨੂੰ ਕਲਗੀਧਰ ਪਾਤਸ਼ਾਹ ਨੇ ਹੀ ਮੁਖਾਰਬਿੰਦ ਤੋਂ ਆਵਾਜ਼ ਦੇ ਕੇ ਬਚਨ ਕੀਤਾ, ਮਾਲਵੇ ਦਮਦਮੇ ਸਾਹਿਬ ਪਹੁੰਚ ਕੇ ਪੜ੍ਹਾਈ ਕਰੋ। ਇਹ ਦਸ਼ਮੇਸ਼ ਪਿਤਾ ਜੀ ਦਾ ਇਸ਼ਾਰਾ ਦੁਨਿਆਵੀ ਪੜ੍ਹਾਈ ਵੱਲ ਨਹੀਂ ਸੀ, ਇਹ ਤਾਂ ਮਿਲਾਪ ਕਰਵਾਉਣਾ ਸੀ ਭੁੱਚੋ ਵਾਲੇ ਸੰਤ ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਨਾਲ। ਜਿਵੇਂ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਹੈ, ਹੇ ਅਰਜਨ, ਜੋ ਮੈਨੂੰ ਜਪਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਜੁਗਤੀ ਮੈਂ ਆਪ ਹੀ ਦੱਸਦਾ ਹਾਂ, ਜਿਸ ਕਰਕੇ ਮੈਨੂੰ ਮਿਲ ਜਾਂਦੇ ਹਨ। ਇਸ ਤਰ੍ਹਾਂ ਹੀ ਵਾਰਤਾ ਹੋਈ ਜਿਵੇਂ ਫਰੀਦ ਸਾਹਿਬ ਦਾ ਫਰਮਾਨ ਹੈ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। 1908 ਈਸਵੀ 1 ਸਾਲ 13 ਦਿਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੇਵਾ ਕਰਨ ਉਪਰੰਤ ਹਜ਼ੂਰ ਬਾਬਾ ਆਨੰਦ ਸਿੰਘ ਜੀ ਹੁਕਮ ਅਨੁਸਾਰ ਅਬਚਲ ਨਗਰ ਤੋਂ ਚੱਲ ਕੇ ਦਮਦਮਾ ਸਾਹਿਬ ਪਹੁੰਚ ਗਏ। ਪਰ ਇੱਥੋਂ ਕਈ ਕਾਰਨਾਂ ਕਰਕੇ ਮਨ ਉਚਾਟ ਹੋ ਗਿਆ। ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਮਨਜ਼ੂਰ ਹੋਈ। ਹੁਕਮ ਆਇਆ, ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਪਾਸ ਪਹੁੰਚੋ। ਦਰਗਾਹੀ ਆਕਾਸ਼ਵਾਣੀ ਦੇ ਹੁਕਮ ਨੂੰ ਸਤ ਬਚਨ ਕਰਕੇ ਲਹਿਰੇ ਖਾਨੇ ਵੱਲ ਚੱਲ ਪਏ। ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਦੇ ਅਸਥਾਨ 'ਤੇ ਪਹੁੰਚ ਕੇ ਉਹਨਾਂ ਨੂੰ ਜਾ ਨਮਸਕਾਰ ਕੀਤੀ। ਹਜ਼ੂਰ ਸਾਹਿਬ ਤੋਂ ਦਮਦਮਾ ਸਾਹਿਬ ਆਉਣ ਅਤੇ ਉਥੋਂ ਦਰਗਾਹੀ ਹੁਕਮ ਦੀ ਵਿਥਿਆ ਸੁਣਾ ਕੇ ਆਪ ਜੀ ਨੇ ਸੰਤਾਂ ਨੂੰ ਵਿਦਿਆ ਪੜ੍ਹਾਉਣ ਲਈ ਬੇਨਤੀ ਕੀਤੀ। ਸੰਤ ਵਧਾਵਾ ਸਿੰਘ ਜੀ ਪੰਜਾਬੀ ਯਾਨੀ ਗੁਰਮੁਖੀ ਦੇ ਪਹਿਲੇ 5 ਅੱਖਰ ਆਪਣੇ ਪਵਿੱਤਰ ਹੱਥ ਨਾਲ ਬਾਬਾ ਜੀ ਦੇ ਹੱਥ ਪਕੜ ਕੇ ਊੜਾ ਐੜਾ ਈੜੀ ਸੱਸਾ ਹਾਹਾ 5 ਵਾਰ ਬੁਲਾ ਕੇ ਫਿਰ ਲਿਖਵਾਏ। 5 ਵਾਰੀ ਅਖੀਰ ਬਚਨ ਕੀਤਾ, ਤੇਰਾ ਕਟਿਆ ਜਮਾਂ ਦਾ ਫਾਹਾ। ਪੁਰਾਤਨ ਮਹਾਂਪੁਰਖ ਵੀ ਇਹ ਬਚਨ ਕਰਦੇ ਸਨ ਕਿ ਜਮਾਂ ਦਾ ਫਾਹਾ ਸਿਮਰਨ ਕਰਨ ਨਾਲ, ਸਾਧੂ ਦੀ ਸੇਵਾ ਕਰਨ ਨਾਲ ਕੱਟਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਤਨੇਮ ਦੀ ਤਾਕੀਦ ਹੋ ਜਾਂਦੀ ਸੀ। ਪਰ ਬਾਬਾ ਜੀ ਆਨੰਦ ਸਿੰਘ ਜੀ ਮਹਾਰਾਜ ਤਾਂ ਪਹਿਲਾਂ ਹੀ ਸਿਮਰਨ ਬਹੁਤ ਕਰਦੇ ਸਨ। ਉਹਨਾਂ ਨੇ ਤਾਂ ਸਿਮਰਨ, ਸਿਦਕ, ਭਰੋਸੇ ਅਤੇ ਨਿਮਰਤਾ ਦੀਆਂ ਮਿਸਾਲਾਂ ਦੁਨੀਆ ਅੰਦਰ ਕਾਇਮ ਕੀਤੀਆਂ ਹਨ। ਇਸੇ ਹੀ ਤਰ੍ਹਾਂ ਬਾਬਾ ਜੀ ਮਹਾਰਾਜ ਦੀ ਹਜ਼ੂਰੀ ਸੇਵਾ ਦੀ ਮਿਸਾਲ ਬਾਬਾ ਈਸਰ ਸਿੰਘ ਜੀ ਨੇ ਕਾਇਮ ਕੀਤੀ, ਜੋ ਦੁਨੀਆ 'ਚ ਹੋਰ ਸਾਧੂ ਸੰਪਰਦਾ ਅੰਦਰ ਘੱਟ ਹੀ ਮਿਲਦੀ ਹੈ। ਹੁਣ ਬਾਬਾ ਜੀ ਨੇ ਪੜ੍ਹਾਈ ਸ਼ੁਰੂ ਕੀਤੀ, ਜਿਵੇਂ ਪਾਂਦਾ ਗੁਰਮੁਖ ਆਖੀਏ ਚਾਟੜਿਆਂ ਮਤ ਦੇ, ਨਾਮ ਸੰਭਾਲੋ ਨਾਮ ਸੰਗਰਹੋ, ਲਾਹਾ ਜਗ ਮੇ ਲੇਹ।
ਉੱਪਰਲੀ ਅਵਸਥਾ ਵਿੱਚ ਸੰਤ ਵਧਾਵਾ ਸਿੰਘ ਜੀ ਸਨ, ਜੋ ਸਭ ਨੂੰ ਉਪਦੇਸ਼ ਕਰਦੇ ਸਨ। ਊੜਾ ਐੜਾ ਈੜੀ ਪੜ੍ਹਨ ਦੀ ਪੜ੍ਹਾਈ ਤਾਂ ਇੱਕ ਬਹਾਨੇ ਮਾਤਰ ਸੀ, ਅਸਲੀ ਪੜ੍ਹਾਈ ਤਾਂ ਇਹ ਸੀ। ਫਰਮਾਨ ਹੈ ਸੱਚੀ ਪੱਟੀ ਸੱਚ ਮਨ, ਪੜ੍ਹੀਏ ਸ਼ਬਦ ਸੁਸਾਰ। ਨਾਨਕ ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲਿਹਾਰ। ਬਾਬਾ ਜੀ ਨੇ ਜਿਤਨੀ ਸੇਵਾ ਮਿਲਣੀ ਕਰ ਲੈਣੀ ਅਤੇ ਬਾਕੀ ਸਮਾਂ ਇਕਾਂਤ ਵਿੱਚ ਬੈਠ ਕੇ ਬਤੀਤ ਕਰਨਾ। ਇੱਥੇ ਕਰੀਰ ਝਾੜ ਬਹੁਤ ਸਨ। ਇੱਕ ਬਹੁਤ ਵੱਡਾ ਸੱਪ ਰਹਿੰਦਾ ਸੀ, ਇਸ ਕਰਕੇ ਝਾੜ ਬਹੁਤ ਸਨ। ਇਸ ਕਰਕੇ ਉੱਥੇ ਕੋਈ ਨਹੀਂ ਜਾਂਦਾ ਸੀ। ਸੰਤ ਵਧਾਵਾ ਸਿੰਘ ਜੀ ਬਾਬਾ ਜੀ ਆਨੰਦ ਸਿੰਘ ਜੀ ਦੀ ਬਿਰਤੀ ਵੇਖ ਕੇ ਅਚਰਜ ਰਹਿੰਦੇ ਸਨ। ਇੱਕ ਦਿਨ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠੇ ਸਨ ਕਿ ਬਾਬਾ ਜੀ ਵੀ ਆ ਗਏ। ਨਮਸਕਾਰ ਕਰਨ ਉਪਰੰਤ ਨਿਮਰਤਾ ਸਹਿਤ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਦਾਸ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ। ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅੰਦਰ ਲੈ ਗਏ ਅਤੇ ਰੁਮਾਲਾ ਚੁੱਕ ਕੇ ਕਹਿਣ ਲੱਗੇ, ਲਓ ਕਰ ਲਓ ਦਰਸ਼ਨ। ਬਾਬਾ ਜੀ ਨੇ ਬੇਨਤੀ ਕੀਤੀ, ਦਾਸ ਨੂੰ ਆਪਣੀ ਉਂਗਲੀ ਨਾਲ ਸਮਝਾ ਕੇ ਪਾਠ ਕਰਾਓ, ਮੁੱਢ ਤੋਂ ਸਿੱਖਿਆ ਦਿਓ। ਲਹਿਰੇ ਵਾਲਿਆਂ ਨੇ ਮੁੱਢ ਤੋਂ ਸਿੱਖਿਆ ਨਾਲ 5 ਪੌੜੀਆਂ ਪੜ੍ਹਾਈਆਂ। ਬਾਅਦ ਵਿੱਚ ਸੰਤਾਂ ਨੇ ਹੁਕਮਨਾਮਾ ਲਿਆ। ਸੋਰਠ ਦੀ ਵਾਰ ਦਾ ਸ਼ਲੋਕ ਸੀ, ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਈ। ਬਾਬਾ ਜੀ ਨੇ ਪਿੱਛੇ ਇੱਕ ਹੀ ਪੰਕਤੀ ਪੜ੍ਹੀ ਤੇ ਬੈਰਾਗ ਨਾਲ ਨੇਤਰਾਂ ਦਾ ਨੀਰ ਗੰਗਾ ਜਮਨਾ ਦੀ ਤਰ੍ਹਾਂ ਵਹਿ ਤੁਰਿਆ। ਛੇਤੀ ਨਾਲ ਬਾਹਰ ਚਲੇ ਗਏ। ਕੁਝ ਸਮਾਂ ਬੀਤ ਜਾਣ ਬਾਅਦ ਫੇਰ ਇੱਕ ਦਿਨ ਇਵੇਂ ਹੀ ਹੋਇਆ। ਸ਼ਬਦ ਪੜਿਆ, ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਲਗੀ ਬਾ। ਇਹ ਸ਼ਬਦ ਸੁਣ ਕੇ ਹਜੂਰ ਬਾਬਾ ਜੀ ਉੱਥੇ ਨਾ ਠਹਿਰ ਸਕੇ, ਬਾਹਰ ਨੂੰ ਚਲੇ ਗਏ। ਬਾਬਾ ਜੀ ਦੀ ਇਹ ਅਵਸਥਾ ਦੇਖ ਕੇ ਸੰਤ ਵਧਾਵਾ ਸਿੰਘ ਜੀ ਸੋਚਣ ਲੱਗੇ ਕਿ ਜਿਹੜੀ ਪੜ੍ਹਾਈ ਇਹਨਾਂ ਪੜ੍ਹਨੀ ਹੈ ਉਹ ਤਾਂ ਭੁੱਚੋ ਵਾਲੇ ਬਾਬਾ ਜੀ ਹੀ ਪੜ੍ਹਾ ਸਕਦੇ ਹਨ। ਕੁਝ ਅਰਸੇ ਬਾਅਦ ਸੰਤ ਵਧਾਵਾ ਸਿੰਘ ਜੀ ਨੇ ਬਾਬਾ ਜੀ ਦਾ ਨਾਮ ਪੁੱਛਿਆ ਤਾਂ ਬਾਬਾ ਜੀ ਨੇ ਆਪਣਾ ਨਾਮ ਸੰਗਤ ਸਿੰਘ ਦੱਸਿਆ। ਪਰ ਸੰਤਾਂ ਨੇ ਹੁਕਮਨਾਮਾ ਲਿਆ ਤੇ ਸ਼ਬਦ ਆਇਆ, ਧਨਾਸਰੀ ਬਾਣੀ ਭਗਤ ਤ੍ਰਿਲੋਚਨ ਜੀ ਕੀ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਇਹ ਸ਼ਬਦ ਦੇ ਆਧਾਰ ਤੇ ਆਪ ਜੀ ਦਾ ਨਾਮ ਨੰਦ ਸਿੰਘ ਰੱਖਿਆ। ਫਿਰ ਅੱਖਰ ਐੜਾ ਅੱਗੇ ਲਾਇਆ ਸੀ। ਬਾਬਾ ਜੀ ਮਹਾ ਹਰਨਾਮ ਸਿੰਘ ਜੀ ਮਹਾਰਾਜ ਨੇ। ਕੁਝ ਦਿਨਾਂ ਬਾਅਦ ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਨਾਲ ਲੈ ਕੇ ਭੁੱਚੋ ਪਹੁੰਚ ਗਏ। ਇਸ ਵੇਲੇ ਇਹ 5 ਸਿੰਘ ਹਰੀ ਸਿੰਘ, ਨਿਹੰਗ ਭਗਵਾਨ ਸਿੰਘ, ਪੰਡਤ ਕ੍ਰਿਸ਼ਨ ਸਿੰਘ ਸੰਤ ਵਧਾਵਾ ਸਿੰਘ ਜੀ ਦੇ ਨਾਲ ਸਨ। ਰਸਤੇ ਵਿੱਚ ਹਰੀ ਸਿੰਘ ਨਿਹੰਗ ਪੁੱਛਣ ਲੱਗਾ, ਆਪਾਂ ਭੁੱਚੋ ਜਾ ਰਹੇ ਹਾਂ, ਪਰ ਉਹਨਾਂ ਪ੍ਰਤੀ ਮੇਰੇ ਅੰਦਰ ਕੁਝ ਸ਼ੰਕੇ ਹਨ। ਸੰਤ ਵਧਾਵਾ ਸਿੰਘ ਜੀ ਨੇ ਕਿਹਾ, ਸਿੰਘਾ ਮਹਾਂਪੁਰਖਾਂ ਪ੍ਰਤੀ ਕੋਈ ਸ਼ੰਕਾ ਨਹੀਂ ਕਰੀਦਾ, ਉਹ ਤਾਂ ਸਮਰੱਥ ਹਨ, ਆਪ ਪਰਮੇਸ਼ਰ ਰੂਪ ਹਨ। ਮੈਂ ਤਾਂ ਹੀ ਮੰਨਾਂਗਾ ਜੇ ਮੇਰਾ ਨਾਮ ਲੈ ਕੇ ਬੁਲਾਉਣਗੇ। ਹਰੀ ਸਿੰਘ ਨੇ ਕਿਹਾ। ਪਰ ਇਸ ਨੇ ਫਿਰ ਅੱਗੋਂ ਇੰਝ ਆਖਿਆ, ਹੁਣ ਨਿਹੰਗ ਸਿੰਘ ਤੇ ਸਾਥੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦਿੰਦੇ ਜਾ ਰਹੇ ਹਨ।
ਜਿਵੇਂ ਨਦੀ ਦਾ ਪਾਣੀ ਧਰਤੀ ਦੀ ਹਿੱਕ 'ਤੇ ਗੜਗੜਾਹਟ ਪਾਉਂਦਾ ਆਵਾਜ਼ ਦਿੰਦਾ ਜਾ ਰਿਹਾ ਹੁੰਦਾ ਹੈ, ਪਰ ਸਮੁੰਦਰ ਵਿੱਚ ਜਾ ਕੇ ਆਪਣੀ ਪਛਾਣ ਵੀ ਨਹੀਂ ਰੱਖ ਸਕਦਾ। ਇਸੇ ਤਰ੍ਹਾਂ ਹਰੀ ਸਿੰਘ ਨਦੀ ਦੇ ਪਾਣੀ ਦੀ ਤਰ੍ਹਾਂ ਆਵਾਜ਼ਾਂ ਦਿੰਦੇ ਜਾ ਰਹੇ ਹਨ। ਸਮੁੰਦਰ ਵਰਗੀ ਵਿਸ਼ਾਲ ਤਾਕਤ ਬਾਬਾ ਜੀ ਮਹਾਹਰਨਾਮ ਸਿੰਘ ਜੀ ਵੱਲ ਜਿਵੇਂ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਪੁੱਛੋ ਪਹੁੰਚ ਕੇ ਸੰਤਾਂ ਨੇ ਸੇਵਾਦਾਰ ਨੂੰ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਕਿਹਾ ਕਿ ਲਹਿਰੇ ਖਾਨੇ ਵਾਲੇ ਸੰਤ ਵਧਾਵਾ ਸਿੰਘ ਤੇ ਉਹਨਾਂ ਦੇ ਸੰਗੀ ਦਰਸ਼ਨ ਕਰਨ ਆਏ ਹਨ, ਆਗਿਆ ਹੈ। ਸੇਵਕ ਨੇ ਜਾ ਬੇਨਤੀ ਕੀਤੀ। ਹਜੂਰ ਨੇ ਹੁਕਮ ਦਿੱਤਾ, ਆਉਣ ਦਿਓ। ਆਗਿਆ ਮਿਲਣ 'ਤੇ ਸੰਤ ਵਧਾਵਾ ਸਿੰਘ ਜੀ ਅੱਗੇ ਹੋ ਗਏ ਤੇ ਬਾਕੀ ਪਿੱਛੇ ਹੋ ਟਿੱਲੇ ਉੱਪਰ ਚੜ੍ਹਨ ਲੱਗੇ। ਹਜੂਰ ਆਸਣ ਤੋਂ ਉੱਠ ਕੇ ਬਾਹਰ ਆ ਗਏ ਅਤੇ ਆਉਂਦਿਆਂ ਹੀ ਬਚਨ ਕੀਤਾ, ਵਧਾਵਾ ਸਿੰਘ ਆ ਗਿਆ ਹੈ। ਫਿਰ ਹਰੀ ਸਿੰਘ ਵੱਲ ਮੁਖਾਤਬ ਹੋ ਕੇ ਬਚਨ ਕੀਤਾ, ਗਤ ਜਾਤ ਦੰਗਾ ਹੈ ਤੇਰੀ, ਹੈ ਤੂੰ ਅੜੀਅਲ ਚੱਟੂ, ਸੁੱਖਾ ਪੀਵੇਂ ਖਾਏ ਅਫੀਮਾ, ਵਿਹਲਾ ਪੁਰਸ਼ ਨਿਖੱਟੂ। ਤੂੰ ਕਹਿੰਦਾ ਸੀ ਲੈ ਕੇ ਮੇਰਾ ਨਾਮ ਬੁਲਾਵਣ, ਨਹੀਂ ਮੈਂ ਪਾਸਾ ਵੱਟੂ। ਆਪ ਹੀ ਹਰੀ ਸਿੰਘ ਨਿਹੰਗ ਮੱਥਾ ਟੇਕ ਸੁਹਿੱਟੂ। ਕਰਤਾ ਗਿਆਨੀ ਮੇਹਰ ਸਿੰਘ, ਜੈਦ ਕਲੇਰਾਂ ਤੋਂ। ਸੰਤ ਵਧਾਵਾ ਸਿੰਘ ਜੀ ਦੇ ਨਮਸਕਾਰ ਕਰਨ ਤੋਂ ਪਹਿਲਾਂ ਹੀ ਹਰੀ ਸਿੰਘ ਨਿਹੰਗ ਚਰਨਾਂ 'ਤੇ ਢਹਿ ਪਿਆ। ਕੁਝ ਸਮਾਂ ਚੁੱਪ ਵਰਤੀ ਰਹੀ। ਫਿਰ ਹਜੂਰ ਨੇ ਬਾਬਾ ਆਨੰਦ ਸਿੰਘ ਜੀ ਵੱਲ ਤੱਕ ਕੇ ਬਚਨ ਕੀਤਾ, ਸ਼ੁੱਧ ਹੈ, ਸਾਡਾ ਬੰਦਾ ਸਾਡੇ ਕੋਲ ਪਹੁੰਚ ਗਿਆ ਹੈ। ਹੁਣ ਅਸੀਂ ਜਾਣਦੇ ਹਾਂ ਇਹ ਜਾਨੀ ਬਾਬਾ ਜੀ ਆਨੰਦ ਸਿੰਘ ਜੀ ਵੱਲ ਇਸ਼ਾਰਾ ਸੀ, ਅਸੀਂ ਕਦੋਂ ਦੇ ਆਏ ਹੋਏ ਹਾਂ। ਤੂੰ ਇੰਨਾ ਚਿਰ ਕਿੱਥੇ ਰਿਹਾ, ਆਉਣਾ ਤਾਂ ਪਹਿਲਾਂ ਚਾਹੀਦਾ ਸੀ। ਅੱਗੋਂ ਬਾਬਾ ਆਨੰਦ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਸਭ ਕੁਛ ਆਪਦੇ ਹੱਥ ਹੈ, ਜਿਵੇਂ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹੱਥ ਤੁਮਾਰੇ। ਆਗਿਆ ਮਿਲਣ ਤੋਂ ਬਾਅਦ ਸੰਤ ਵਧਾਵਾ ਸਿੰਘ ਜੀ ਅਤੇ ਹਰੀ ਸਿੰਘ ਲਹਿਰੇ ਖਾਨੇ ਨੂੰ ਚੱਲ ਪਏ। ਰਸਤੇ ਵਿੱਚ ਸੰਤਾਂ ਨੇ ਹਰੀ ਸਿੰਘ ਨੂੰ ਪੁੱਛਿਆ, ਸ਼ੰਕੇ ਦੂਰ ਹੋ ਗਏ। ਮਹਾਰਾਜ ਮੈਂ ਤਾਂ ਅਭੋਲ ਹੀ ਸੀ, ਇੱਥੇ ਤਾਂ ਕੁਝ ਹੋਰ ਹੀ ਵੇਖਿਆ ਹੈ। ਇਹ ਤਾਂ ਪਰਮੇਸ਼ਰ ਦਾ ਰੂਪ ਆਪ ਛਿਪੇ ਬੈਠੇ ਹਨ, ਨਿਹੰਗ ਨੇ ਉੱਤਰ ਦਿੱਤਾ। ਸੰਤ ਵਧਾਵਾ ਸਿੰਘ ਜੀ ਨੇ ਬਚਨ ਕੀਤਾ, ਹਰੀ ਸਿੰਘ ਇਹ ਪੂਰਨ ਕਰਤੇ ਪੁਰਖ ਦਾ ਸਰੂਪ ਹਨ, ਇਹ ਤਾਂ ਦੁਨੀਆ ਦੇ ਭਲੇ ਲਈ ਆਏ ਹਨ। ਇਹ ਸਰਬ ਸ਼ਕਤੀਮਾਨ ਦੁਨੀਆ ਨੂੰ ਅੰਧਕਾਰ ਤੋਂ ਕੱਢਣ ਲਈ ਆਪਣੇ ਬੋਲਾਂ, ਕਰਮਾਂ ਤੇ ਵਿਚਾਰਾਂ ਦੀ ਰੋਸ਼ਨੀ ਲੈ ਕੇ ਆਏ ਹਨ। ਇਹਨਾਂ ਦੀ ਉਸਤਤੀ ਕਹਿਣ ਸੁਣ ਤੋਂ ਵੀ ਉਚੇਰੀ ਹੈ, ਆਪਣੀ ਗਤ ਆਪ ਹੀ ਜਾਣਦੇ ਹਨ। ਖੰਡ ਬ੍ਰਹਮੰਡ ਬੇਅੰਤ ਉਦਾਹਰਣ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਪੰਡਤ ਕਿਸ਼ਨ ਸਿੰਘ ਜੀ ਦੇ ਦੱਸਣ ਅਨੁਸਾਰ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।